ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਭਾਰਤ ਸਰਕਾਰ ਵੱਲੋਂ ਅੱਜ ਕੇਂਦਰ ਵੱਲੋਂ ਪੰਜਾਬ ਨੂੰ ਦਿੱਤੇ ਗਏ ਪੈਸਿਆਂ ਦੇ ਸਬੂਤ ਪੇਸ਼ ਕੀਤੇ ਗਏ। अपने आप ਨੂੰ ਬਚਾਉਣ ਵਾਸਤੇ ਸਮੂਹ ਦੇਸ਼ ਭਰ ਦੇ ਲੋਕੀ ਆਪਣੇ ਘਰਾਂ ਵਿੱਚ ਬੰਦ ਨੇ। ਇਸ ਸਮੇਂ 'ਚ ਸਭ ਤੋਂ ਵੱਡੀ ਔਖਿਆਈ, ਹਾਲਾਂਕਿ ਮੈਂ ਮੰਨਦੀ ਹਾਂ ਹਰੇਕ ਹੀ ਔਖਾ ਹੈਗਾ, ਭਾਵੇਂ ਛੋਟੇ ਦੁਕਾਨਦਾਰ, ਵੱਡੇ ਦੁਕਾਨਦਾਰ ਹੋ, ਕੋਈ ਬਿਜ਼ਨਸਮੈਨ, ਹਰੇਕ ਦੇ ਉੱਤੇ ਬਰਾਬਰ ਦੀ ਔਖਿਆਈ ਹੈਗੀ, ਕਿਉਂਕਿ ਬਿਮਾਰੀ ਇਹੋ ਜਿਹੀ ਹੈ, ਤੁਹਾਡਾ ਅਹੁਦਾ ਨਹੀਂ ਦੇਖਦੀ, ਵੱਡਾ ਛੋਟਾ ਨਹੀਂ ਦੇਖਦੀ, ਜਾਤ ਪਾਤ ਨਹੀਂ ਦੇਖਦੀ, ਹਰੇਕ ਦੇ ਉੱਤੇ ਬਰਾਬਰ ਦਾ ਅੱਜ ਇਸ ਬਿਮਾਰੀ ਦਾ ਡਰ ਹੈਗਾ। ਲੇਕਿਨ ਇਹਨਾਂ ਹਾਲਾਤਾਂ 'ਚ ਸਭ ਤੋਂ ਵੱਡੀ ਤਕਲੀਫ ਮੇਰੇ ਹਿਸਾਬ ਨਾਲ ਉਹਨਾਂ ਨੂੰ ਹੋਈ ਹੈ ਜਿਹੜੇ ਵਿਚਾਰਿਆਂ ਨੂੰ ਸਵੇਰ ਦਾ ਕਮਾ ਕੇ ਸ਼ਾਮ ਨੂੰ ਆਪ ਦਾ ਢਿੱਡ ਭਰਦੇ ਸੀ, ਜਾਂ ਫਿਰ ਦਿਨ ਭਰ ਦੀ ਕਮਾਈ ਕਰਕੇ ਹਫਤੇ ਭਰ, 2 ਹਫਤੇ ਭਰ ਜਾਂ ਮਹੀਨੇ ਭਰ ਦਾ ਮਸਾ ਗੁਜ਼ਾਰਾ ਕਰਦੇ ਸੀਗੇ। ਇਹਨਾਂ ਲੋਕਾਂ ਨੂੰ ਮੁੱਖ ਰੱਖਦੇ ਹੋਏ ਦੇਸ਼ ਦੀ ਸਰਕਾਰ, ਪ੍ਰਧਾਨ ਮੰਤਰੀ ਮੋਦੀ ਜੀ ਨੇ 1.70 ਲੱਖ ਕਰੋੜ ਰੁਪਏ ਦਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦਾ ਪੈਕੇਜ ਪ੍ਰਧਾਨ ਮੰਤਰੀ ਜੀ ਨੇ 26 ਮਾਰਚ ਨੂੰ ਦੇਸ਼ ਵਾਸੀਆਂ ਵਾਸਤੇ ਐਲਾਨ ਕੀਤਾ ਸੀ, ਜਿਹਦੇ ਅੰਦਰ ਕਾਫੀ ਸਾਰੀ ਚੀਜ਼ਾਂ, ਕੁਝ ਡਾਇਰੈਕਟ ਬੈਨੀਫਿਟ ਜਿਹੜੇ ਤੁਹਾਡੇ ਖਾਤੇ ਵਿੱਚ ਆਉਂਦੀਆਂ ਸਨ, ਤੇ ਇਹਦੇ ਨਾਲ ਹੀ ਕਣਕ ਤੇ ਦਾਲ ਵੀ ਉਹਨਾਂ ਨੇ ਐਲਾਨ ਕੀਤੇ। ਜਿੱਥੇ ਲੋਕਾਂ ਨੂੰ ਇੱਕ ਪਾਸੇ ਸਹੂਲਤ ਦਿੱਤੀ, ਉਸੇ ਤਰ੍ਹਾਂ ਕਈ ਲੱਖ ਹਜ਼ਾਰ ਕਰੋੜ ਦੇ ਨਾਲ ਸੂਬੇ ਦੀ ਸਰਕਾਰਾਂ ਨੂੰ ਵੀ ਪੈਸੇ ਭੇਜੇ ਗਏ। ਅੱਜ ਕੱਲ ਬੜਾ ਵਿਵਾਦ ਚੱਲ ਰਿਹਾ, ਕਿਉਂਕਿ ਮੈਂ ਕੈਪਟਨ ਸਾਹਿਬ ਨੂੰ ਮਹੀਨਾ ਭਰ ਮੂੰਹ ਬੰਦ ਰੱਖਣ ਤੋਂ ਬਾਅਦ, ਕਿਉਂਕਿ ਇਸ ਸਮੇਂ 'ਚ ਹਰੇਕ ਨੂੰ ਮਦਦ ਕਰਨ ਦੀ ਲੋੜ ਹੈ, ਕਿੰਤੂ ਪਰੰਤੂ ਕਰਨ ਦੀ ਲੋੜ ਮੈਂ ਨਹੀਂ ਸਮਝਦੀ ਸੀਗੀ, ਮੈਂ ਕਰਨਾ ਵੀ ਨਹੀਂ ਚਾਹੁੰਦੀ ਸੀ। ਲੇਕਿਨ ਮਹੀਨੇ ਦੇ ਬਾਅਦ ਜਦ ਪਿੰਡਾਂ 'ਚ, ਸ਼ਹਿਰਾਂ 'ਚ ਹਾਲਾਤ ਦੇਖੇ, ਵਰਕਰਾਂ ਦੇ ਫੋਨ ਆਉਣ ਲੱਗ ਗਏ, ਲੋਕਾਂ ਦੇ ਫੋਨ ਆਉਣ ਲੱਗ ਗਏ, ਰਾਸ਼ਨ ਘਰ 'ਚ ਮੁੱਕ ਗਿਆ, ਗਰੀਬ ਕਿੰਨਾ ਔਖਾ ਹੈਗਾ, ਇਹਨਾਂ ਸਾਰੀ ਚੀਜ਼ਾਂ ਨੂੰ ਇੱਕ ਪਾਸੇ ਦੇਖਦੇ ਹੋਏ ਤੇ ਦੂਜੇ ਪਾਸੇ ਕੇਂਦਰ ਵਿੱਚ ਵਜ਼ੀਰ ਹੋਣ ਦੇ ਨਾਤੇ ਜਦ ਮੇਰੇ ਕੋਲ ਸਾਰੇ ਸਬੂਤ ਨੇ ਕਿ ਕੇਂਦਰ ਦੀ ਸਰਕਾਰ ਨੇ ਸੂਬੇ ਨੂੰ ਕਿੰਨੇ ਪੈਸੇ ਭੇਜੇ ਨੇ ਤੇ ਕਿੰਨਾ ਸਮਾਨ ਭੇਜਿਆ ਹੈ, ਤੇ ਫਿਰ ਕਿਉਂ ਇਹ ਲੋਕਾਂ ਤਾਈਂ ਨਹੀਂ ਪਹੁੰਚ ਰਿਹਾ? ਕਿ ਮੇਰਾ ਫਰਜ਼ ਨਹੀਂ ਬਣਦਾ ਤੁਹਾਡੇ ਦਿੱਲੀ ਵਿੱਚ ਨੁਮਾਇੰਦਗੀ ਕਰਨ ਦੇ ਨਾਤੇ ਕਿ ਮੈਂ ਹਕੀਕਤ ਤੁਹਾਡੇ ਸਾਹਮਣੇ ਜ਼ਾਹਿਰ ਕਰਾਂ ਤੇ ਇਹ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਹੁਲਾਰਾ ਮਾਰਾਂ? ਅੱਜ ਮੈਂ ਤੁਹਾਡੇ ਸਾਹਮਣੇ ਉਹੀ ਗੱਲਾਂ ਰੱਖਣੀ ਚਾਹੁੰਦੀ ਹਾਂ। ਪਹਿਲੀ ਗੱਲ, ਮੈਨੂੰ ਤਾਂ ਆ ਵੀ ਨਹੀਂ ਸਮਝ ਆ ਰਹੀ, ਕੈਪਟਨ ਸਾਹਿਬ ਕਹਿੰਦੇ ਸਾਨੂੰ ਕੇਂਦਰ ਤੋਂ ਦਵਾਨੀ ਨਹੀਂ ਮਿਲੀ, ਸਾਡੇ ਕੋਲ ਪੈਸੇ ਨਹੀਂ ਹੈਗੇ, ਤੇ ਉਹਨਾਂ ਦੇ ਹੀ ਵਿੱਤ ਮੰਤਰੀ, ਤੁਸੀਂ ਵੀ ਨਿਊਜ਼ ਚੈਨਲ 'ਚ ਸੁਣਿਆ ਹੋਗਾ, ਬਾਰ-ਬਾਰ ਕਹਿੰਦੇ ਪੈਸਿਆਂ ਦੀ ਕੋਈ ਘਾਟ ਨਹੀਂ, ਬਲਕਿ ਇੱਥੇ ਬਠਿੰਡੇ ਤੇ ਕਹਿੰਦੇ ਸਾਡਾ ਤਾਂ ਕਰੋੜ ਰੁਪਏ ਪੜਾ ਹੋਇਆ ਹੈਗਾ ਡੀਸੀ ਦੇ ਕੋਲ, ਲੇਕਿਨ ਅਸੀਂ ਉਹਨੂੰ ਹੱਥ ਹੀ ਨਹੀਂ ਲਾਇਆ ਕਿਉਂਕਿ ਲੋੜ ਹੀ ਨਹੀਂ ਪਈ, ਲੋਕੀ ਆਪ ਹੀ ਇੱਕ ਦੂਜੇ ਦੀ ਮਦਦ ਕਰੀ ਜਾ ਰਹੇ ਨੇ। ਸੋ ਪੈਸਿਆਂ ਦੀ ਘਾਟ ਹੈਗੀ ਕਿ ਨਹੀਂ ਹੈਗੀ, ਪਹਿਲੇ ਤਾਂ ਸਰਕਾਰ ਆਪਸ 'ਚ ਹੀ ਫੈਸਲਾ ਕਰ ਲੈ। ਲੇਕਿਨ ਹਾਂ, ਸ਼ਾਇਦ ਮੁੱਖ ਮੰਤਰੀ ਸਾਹਿਬ ਦੇ ਨਾਲ ਗੱਲ ਕਰਨਾ ਹੀ ਔਖਾ ਹੈਗਾ, ਕੋਈ ਮਿਲਦੇ ਕਿਸੇ ਨੂੰ ਮਿਲਦੇ ਹੀ ਨਹੀਂ, ਤੇ ਸ਼ਾਇਦ ਉਹਨਾਂ ਨੂੰ ਵੀ ਜੇ ਆਪਣੇ ਮੰਤਰੀਆਂ ਨੂੰ ਤੇ ਆਪਣੇ ਵਰਕਰਾਂ ਨੂੰ ਨਹੀਂ ਮਿਲਦੇ, ਹੋ ਸਕਦਾ ਆਪਣੇ ਅਫਸਰਾਂ ਨੂੰ ਵੀ ਨਹੀਂ ਮਿਲਦੇ, ਜਿਹਦੇ ਕਰਕੇ ਮੈਂ ਤੁਹਾਡੇ ਸਾਹਮਣੇ ਮੁੱਖ ਮੰਤਰੀ ਦੀ ਜਾਂ ਚਲੋ ਰਾਜੇ ਮਹਾਰਾਜਾ ਜੇ ਸ਼ਾਇਦ ਹੋ ਸਕਦਾ ਹੈ ਕਿ ਇਹ ਆਦਤ ਹੈਗੀ ਕਿ ਧੀਆਂ ਭੈਣਾਂ ਨੂੰ ਮਾੜਾ ਬੋਲੋ, ਝੂਠੀ ਸਵਾਹ ਗੁਟਕਾ ਸਾਹਿਬ ਦੀ ਖਾ ਲਓ, ਲੇਕਿਨ ਮੈਂ ਗੁਰੂ ਸਾਹਿਬ ਤੋਂ ਡਰਦੀ ਹਾਂ, ਸਿਰਫ ਉਨਾ ਹੀ ਕਹਿੰਦੀ ਹਾਂ ਜਿੰਨਾ ਸੱਚ ਹੁੰਦਾ ਹੈ। ਸੱਚ ਤੋਂ ਵੱਧ ਜਾਂ ਘੱਟ ਕਰਨ ਦੀ ਮੇਰੇ ਤੇ ਜੁਰਤ ਨਹੀਂ, ਕਿਉਂਕਿ ਮੈਂ ਪਰਮਾਤਮਾ ਤੋਂ ਡਰਦੀ ਹਾਂ। ਸੋ ਮੈਂ ਤੁਹਾਡੇ ਸਾਹਮਣੇ ਇਹ ਕਾਗਜ਼ ਰੱਖਣਾ ਚਾਹੁੰਦੀ ਹਾਂ, ਸ਼ਾਇਦ ਮੁੱਖ ਮੰਤਰੀ ਸਾਹਿਬ ਨੂੰ ਵੀ ਪਤਾ ਲੱਗ ਜਾਏ। ਆਹ ਕਾਗਜ਼ ਹੈਗਾ ਫਾਈਨੈਂਸ ਮਿਨਿਸਟਰੀ, ਗਵਰਨਮੈਂਟ ਆਫ ਇੰਡੀਆ, 3 ਤਰੀਕ ਅਪ੍ਰੈਲ ਦਾ, ਜਿੱਥੇ ਆ ਲਿਖਿਆ ਹੈਗਾ ਪੰਜਾਬ, ਤੇ ਇਹ ਇਹਨਾਂ ਨੂੰ 247 ਕਰੋੜ ਇਹ 3 ਅਪ੍ਰੈਲ ਨੂੰ ਭੇਜੇ ਗਏ ਸਟੇਟ ਡਿਜ਼ਾਸਟਰ ਰਿਲੀਫ ਫੰਡ। ਇਹ ਪੈਸਾ ਹੁੰਦਾ ਹੈ ਜਿਹਦੇ ਅੰਡਰ ਤਕਰੀਬਨ 6000 ਕਰੋੜ ਇਹ ਸਰਕਾਰ ਦੇ ਕੋਲ ਪਏ ਹੋਏ ਨੇ। ਹਰ ਸਾਲ 75% ਪੈਸਾ ਕੇਂਦਰ ਦੀ ਸਰਕਾਰ ਪਾਉਂਦੀ ਹੈ, 25% ਸਟੇਟ ਪਾਉਂਦੀ ਹੈ ਕਿ ਕੋਈ ਡਿਜ਼ਾਸਟਰ ਜੇ ਹੋ ਜਾਏ ਤੇ ਇਹਦੇ ਵਿੱਚੋਂ ਪੈਸੇ ਯੂਜ਼ ਕਰ ਸਕਦੇ ਨੇ। ਸੋ ਪਹਿਲੀ ਇਹ 3 ਤਰੀਕ ਨੂੰ ਅਪ੍ਰੈਲ ਨੂੰ ਉਹਨਾਂ ਨੂੰ ਇੱਕ ਚਿੱਠੀ ਮਿਲੀ ਕਿ ਇਹ ਸਾਰੇ ਸੂਬੇ ਦੇ ਨਾਂ ਹੈ, ਪੰਜਾਬ ਦਾ ਨਾਂ ਹੈਗਾ ਕਿ ਤੁਸੀਂ 247 ਕਰੋੜ, ਤੇ ਦੂਜਾ ਉਸੇ ਤਰੀਕ ਨੂੰ ਇੱਕ ਹੋਰ ਨੋਟੀਫਿਕੇਸ਼ਨ ਸਟੇਟ ਡਿਜ਼ਾਸਟਰ ਰਿਲੀਫ ਫੰਡ ਤੋਂ ਤੁਸੀਂ 638 ਕਰੋੜ ਹੋਰ ਤੁਸੀਂ ਯੂਜ਼ ਕਰ ਲਓ। ਸੋ 3 ਤਰੀਕ ਤੋਂ ਗਵਰਨਮੈਂਟ ਆਫ ਇੰਡੀਆ ਨੇ 886 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਟ੍ਰਾਂਸਫਰ ਕਰਤੇ ਕੋਵਿਡ ਦੀ ਲੜਾਈ ਵਾਸਤੇ। ਇਹਦੇ ਨਾਲ ਇਹਨਾਂ ਨੂੰ ਆਪਣੇ ਹਸਪਤਾਲਾਂ ਦੀ ਤਿਆਰੀ, ਆਪਣੇ
ਲੋਕਾਂ ਦੀ ਸਿਹਤ ਨੂੰ ਬਚਾਉਣ ਵਾਸਤੇ ਆਪਣੇ ਫਰੰਟ ਲਾਈਨ ਜਿਹੜੇ ਹੈਲਥ ਵਰਕਰਸ ਹੈਗੇ, ਜੋ ਵੀ ਉਹਨਾਂ ਨੂੰ ਕਰੋਨਾ ਦੀ ਤਿਆਰੀ ਵਾਸਤੇ ਲੜਨ ਵਾਸਤੇ ਉਹਨਾਂ ਨੂੰ ਜਿਹੜੇ ਪੈਸਿਆਂ ਦੀ ਲੋੜ ਹੈ, ਉਹ ਪੈਸੇ ਉਹਨਾਂ ਦੇ ਖਜ਼ਾਨੇ ਵਿੱਚ ਪਾ ਦਿੱਤੇ ਗਏ 886 ਕਰੋੜ ਰੁਪਏ, ਜਿਹਦਾ ਆਸ ਸਬੂਤ ਹੈਗਾ। ਇਹਦੇ ਨਾਲ ਹੀ 26 ਤਰੀਕ ਨੂੰ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਗਰੀਬ ਕਲਿਆਣ ਯੋਜਨਾ ਐਲਾਨ ਕਰਕੇ ਉੱਥੇ ਐਲਾਨ ਕੀਤਾ ਸੀ ਕਿ ਜਿੰਨੇ ਵੀ ਲੋੜਮੰਦ ਲੋਕੀ ਹੈਗੇ, ਹਰੇਕ ਨੂੰ ਕੇਂਦਰ ਦੀ ਸਰਕਾਰ ਵੱਲੋਂ ਹਰ ਮਹੀਨੇ ਅਗਲੇ 3 ਮਹੀਨਿਆਂ ਵਾਸਤੇ 5 ਕਿਲੋ ਕਣਕ ਤੇ 1 ਕਿਲੋ ਦਾਲ ਕੇਂਦਰ ਦੀ ਸਰਕਾਰ ਨੇ ਸੂਬੇ ਵਾਸਤੇ ਇਹ ਦੇ ਦਿੱਤੇ ਨੇ। ਇਹ ਕੇਂਦਰ ਵੱਲੋਂ ਬਿਲਕੁਲ ਮੁਫਤ ਸੂਬੇ ਨੂੰ ਦਿੱਤਾ ਜਾਊਗਾ, ਸੂਬੇ ਨੂੰ ਦਵਾਨੀ ਨਹੀਂ ਖਰਚਣੀ ਇਹਦੇ ਵਾਸਤੇ। ਆ ਰਹੀ ਉਹ ਚਿੱਠੀ ਜਿਹੜੇ ਫੂਡ ਸਪਲਾਈ ਮਹਿਕਮੇ ਤੋਂ ਹੈਗੀ, ਇਹਦੀ ਤਰੀਕ ਤੁਸੀਂ ਦੇਖ ਲਓ, ਇਹਦੀ ਤਰੀਕ 30 ਮਾਰਚ ਦੀ ਇਹ ਚਿੱਠੀ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ। 30 ਤਰੀਕ ਮਾਰਚ ਦੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ, ਤੇ ਇਹਦੇ ਵਿੱਚ ਸਾਫ਼ ਲਿਖਿਆ ਹੋਇਆ ਕਿ 5 ਕਿਲੋ ਕਣਕ ਤੇ ਇਸ ਚਿੱਠੀ ਵਿੱਚ ਲਿਖਿਆ ਹੋਇਆ 1 ਕਿਲੋ ਦਾਲ। ਤੁਸੀਂ ਸਰਕਾਰ ਨੂੰ ਕਿਹਾ ਗਿਆ ਤੁਸੀਂ ਇਮੀਡੀਏਟਲੀ ਆਪਣੇ ਅਫਸਰਾਂ ਨੂੰ ਕਹਿ ਕੇ ਇਹ ਸਮਾਨ ਲਿਫਟ ਕਰਕੇ ਆਪਣੇ ਗਰੀਬਾਂ ਨੂੰ ਪਹੁੰਚਾਉਣਾ ਸ਼ੁਰੂ ਕਰੋ। ਇਹ ਚਿੱਠੀ 30 ਮਾਰਚ, ਅੱਜ 20 ਦਿਨ ਨਿਕਲ ਗਏ ਨੇ। ਕਿਉਂਕਿ ਬਹੁਤ ਸਾਰੀ ਗੱਲਾਂ ਕੈਪਟਨ ਸਾਹਿਬ ਕਹਿ ਲੈਣਗੇ, ਪਤਾ ਨਹੀਂ ਕਿਹੜੀ ਗਾਲੀ ਗਲੋਚ ਕਰਨਗੇ, ਜਿਹਦੇ ਕਰਕੇ ਮੈਂ ਆ ਵੀ ਸਾਫ਼ ਕਰ ਰਹੀ ਹਾਂ ਕਿ ਆ ਵੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਅੰਡਰ ਇਹ ਟੋਟਲ ਜੇ ਤੁਸੀਂ ਦੇਖੋ 1 ਕਰੋੜ 41 ਲੱਖ ਲੋਕਾਂ ਨੂੰ, ਤਕਰੀਬਨ ਪੰਜਾਬ ਦੀ 50% ਆਬਾਦੀ ਨੂੰ, ਜੇ ਘਰ 'ਚ ਭਾਵੇਂ 5 ਮੈਂਬਰ ਹੋਣ, ਭਾਵੇਂ 6 ਹੋਣ, ਭਾਵੇਂ 10 ਹੋਣ, ਹਰੇਕ ਨੂੰ ਇਹ 5 ਕਿਲੋ ਆਟਾ ਤੇ 1 ਕਿਲੋ ਦਾਲ ਮਹੀਨੇ ਦਾ ਅਗਲੇ 3 ਮਹੀਨਿਆਂ ਅਪ੍ਰੈਲ ਮਈ ਜੂਨ ਵਾਸਤੇ ਮਿਲੂਗਾ। ਤੇ ਆ ਚਿੱਠੀ ਕੀ ਆ ਤੁਹਾਡਾ ਬਿਲਕੁਲ ਤਿਆਰ ਪਿਆ, ਤੁਸੀਂ ਚੱਕੋ ਤੇ ਆਪਣੇ ਲੋਕਾਂ ਨੂੰ ਦਿਲਵਾਓ। ਅੱਜ ਮੈਂ ਗਰੀਬਾਂ ਨੂੰ ਪੁੱਛਣਾ ਚਾਹੁੰਦੀ ਹਾਂ, 1 ਮਹੀਨਾ ਹੋ ਗਿਆ ਕਿ ਤੁਹਾਡੇ ਬੰਦੇ ਹੋਏ ਹੱਕ ਦਾ 5 ਕਿਲੋ ਆਟਾ ਤੇ 1 ਕਿਲੋ ਦਾਲ ਤੁਹਾਨੂੰ ਪਹੁੰਚ ਗਈ ਹੈ। ਕੈਪਟਨ ਸਾਹਿਬ ਨੂੰ ਆਪਣੀ ਫੋਟੋਆਂ ਛਪਾਉਣ ਵਾਸਤੇ ਸਮਾਂ ਲੱਗ ਸਕਦਾ ਹੈ ਕਿ ਥੈਲੀਆਂ 'ਚ ਫੋਟੋ ਛਪਣੀਆਂ ਨੇ, ਸੈਨੀਟਾਈਜ਼ਰ 'ਚ ਫੋਟੋ ਛਪਣਾ, ਜੀ ਸਦ ਕੇ ਛਾਪਣ, ਲੇਕਿਨ ਜਿਹੜਾ ਗਰੀਬ ਭੁੱਖਾ ਮਰ ਰਿਹਾ ਹੈ, ਜਿਹਦੇ ਬੱਚੇ ਰੋ ਰਹੇ ਨੇ, ਉਹਨਾਂ ਦੇ ਬਾਰੇ ਧਿਆਨ ਰੱਖਣਾ ਕਿ ਮੈਨੂੰ ਬੋਲਣ ਦਾ ਹੱਕ ਨਹੀਂ ਮਿਲਦਾ। ਜੇ ਮੇਰੀ ਸਰਕਾਰ ਨੇ ਭੇਜਿਆ ਕਿ ਤੁਹਾਨੂੰ ਤੁਹਾਡਾ ਹੱਕ ਨਹੀਂ ਮਿਲਣਾ ਚਾਹੀਦਾ, ਜੇ ਮੈਂ ਬੋਲ ਪਈ ਤਾਂ ਰਾਜਾ ਸਾਹਿਬ ਨੇ ਗਾਲੀ ਗਲੋਚ ਦੇ ਨਾਲ ਜਵਾਬ ਦਿੱਤਾ, ਦੇ ਦੇਣ, ਲੇਕਿਨ ਮੇਰੇ ਬੋਲਣ ਦੇ ਨਾਲ ਜੇ ਤੁਹਾਨੂੰ ਖਾਣ ਨੂੰ ਤੁਹਾਡੇ ਢਿੱਡ 'ਚ ਕੁਝ ਮਿਲਦਾ ਹੈਗਾ, ਜੇ ਤੁਹਾਡਾ ਬੰਦਾ ਹੋਇਆ ਹੱਕ ਤੁਹਾਨੂੰ ਮਿਲਦਾ ਹੈ, ਕੋਈ ਗੱਲ ਨਹੀਂ, ਮੈਂ 100 ਗਾਲਾਂ ਹੋਰ ਲੈ ਲਾਂਗੀ। ਇਹਦੇ ਨਾਲ ਇਹ ਵੀ ਮੈਂ ਤੁਹਾਨੂੰ ਦੱਸਦਾ ਕਿ ਕੱਲੇ ਆਹੀ ਨਹੀਂ, ਜਿਹੜਾ ਮੈਂ ਕਹਿ ਰਹੀ ਸੀ ਕਿ ਕੈਪਟਨ ਸਾਹਿਬ ਨਾ ਕਿਸੇ ਨੂੰ ਮਿਲਦੇ ਨੇ ਤੇ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਹੋਗਾ, ਮੈਂ ਆ ਵੀ ਤੁਹਾਨੂੰ ਦੱਸਣਾ ਚਾਹੁੰਦੀ। ਆ ਮੈਂ ਕੱਢੀ ਅੱਜ 17 ਤਰੀਕ ਦੀ, ਜਿਹੜਾ ਕੇਂਦਰ ਦੇ ਗੋਡਾਊਨ ਤੋਂ ਜਿਹੜਾ ਇਹਨਾਂ ਨੇ ਵੰਡਣ ਵਾਸਤੇ ਚੱਕ ਲਿਆ ਹੈ, ਜਿਹੜੇ ਮਹੀਨੇ ਦੇ ਸਾਨੂੰ 70,000 ਮੈਟ੍ਰਿਕ ਟਨ ਮਿਲਦੇ ਨੇ, ਉਹਦੇ ਵਿੱਚੋਂ ਤਕਰੀਬਨ 33,000 ਮੈਟ੍ਰਿਕ ਟਨ ਸੂਬੇ ਦੀ ਸਰਕਾਰ ਨੇ ਆ ਕਣਕ ਚੱਕ ਵੀ ਲਿੱਤੀ ਹੈ। ਵੀ ਚੱਕ ਲਿੱਤੀ ਹੈ ਤਾਂ ਫਿਰ ਤੁਹਾਡੇ ਤਾਈਂ ਕਿਉਂ ਨਹੀਂ ਪਹੁੰਚੀ ਹੈ? ਆਹੀ ਮੇਰਾ ਸਵਾਲ ਹੈ। ਤੇ ਜੇ ਨਹੀਂ ਪਹੁੰਚੀ, ਕਿਰਪਾ ਕਰਕੇ ਕੈਪਟਨ ਸਾਹਿਬ ਹਰ ਲੋੜਮੰਦ ਵਾਸਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਪੱਖਪਾਤ ਤੋਂ ਉੱਪਰ ਉੱਠ ਕੇ ਕੇਂਦਰ ਦੀ ਸਰਕਾਰ ਨੇ ਇਹਨਾਂ ਦੀ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਭੇਜਿਆ ਹੈ। ਤੁਹਾਨੂੰ ਸਿਰਫ ਇੰਨੀ ਹੱਥ ਜੋੜ ਕੇ ਬੇਨਤੀ, ਇਹਨਾਂ ਤਾਈਂ ਪਹੁੰਚਾਉਣ ਦੀ ਕਸ਼ਟ ਤੇ ਖੇਚਲ ਤੁਸੀਂ ਕਰ ਲਓ। ਲੇਕਿਨ ਪੰਜਾਬ ਦੀ ਜਨਤਾ ਨੂੰ ਮੈਂ ਹੋਰ ਵੀ ਕੁਝ ਦੱਸਣਾ ਚਾਹਾਂਗੀ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਅੰਡਰ ਜਿੱਥੇ ਪ੍ਰਧਾਨ ਮੰਤਰੀ ਸਾਹਿਬ ਨੇ ਸੂਬੇ ਦੀ ਸਰਕਾਰਾਂ ਨੂੰ ਪੈਸੇ ਵੀ ਭੇਜੇ ਨੇ, ਅੰਨ ਵੀ ਭੇਜਿਆ ਹੈ, ਇਸ ਤੋਂ ਇਲਾਵਾ ਲਗਾਤਾਰ ਸਾਡੀ ਆਹੀ ਬੇਨਤੀ ਰਹੀ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਸਿੱਧੇ ਲੋੜਮੰਦ ਨੂੰ ਭੇਜੋ, ਕਿਉਂਕਿ ਸੂਬੇ ਦੀ ਸਰਕਾਰਾਂ ਕਿੱਥੇ ਆਸੇ-ਪਾਸੇ ਕਰ ਦਿੰਦੀਆਂ ਨੇ, ਲੋੜਮੰਦਾਂ ਨੂੰ ਤਾਂ ਆਪਣਾ ਹੱਕ ਮਿਲਦਾ ਹੀ ਨਹੀਂ। ਤੇ ਸਭ ਤੋਂ ਪਹਿਲੇ ਸਰਕਾਰ ਨੇ 6 ਸਾਲ ਪਹਿਲੇ ਡਾਇਰੈਕਟ ਬੈਨੀਫਿਟਸ ਟ੍ਰਾਂਸਫਰ ਸਕੀਮ ਤਾਂ ਸ਼ੁਰੂ ਕੀਤੀ ਜਦ ਹਰ ਘਰ 'ਚ ਖਾਤਾ ਖੁਲਵਾਇਆ। ਦੇਸ਼ ਦੇ ਗਰੀਬ ਹੋ ਜਿਨ੍ਹਾਂ ਨੇ ਕਦੇ ਬੈਂਕ ਨਹੀਂ ਦੇਖਿਆ ਸੀ, ਉਹਨਾਂ ਸਾਰਿਆਂ ਦੇ ਖਾਤੇ ਖੁਲਵਾਏ ਗਏ। ਅੱਜ ਤੁਹਾਨੂੰ ਪਤਾ ਲੱਗੂਗਾ ਕਿਉਂ। ਮੈਂ ਪੁੱਛਦੀ ਹਾਂ, ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ 'ਚ ਪਹਿਲੀ ਚੀਜ਼ ਜਿਹੜੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਹੀ ਸੀ ਕਿ ਜਿਹੜੀ ਮੈਂ 6000 ਸਾਲ 'ਚ ਗਰੀਬ ਕਿਸਾਨ ਨੂੰ ਜਾਂ ਦੇਸ਼ ਦੇ ਹਰ ਕਿਸਾਨ ਨੂੰ ਮੈਂ ਪੈਸੇ ਭੇਜਦਾ,
ਉਹ 6000 ਰੁਪਏ ਤੁਹਾਨੂੰ ਪਿਛਲੇ ਸਾਲ ਵੀ ਮਿਲੇ ਤੇ ਇਸ ਸਾਲ ਦਾ ਜਿਹੜਾ ਤੁਹਾਡਾ ਪਹਿਲੀ ਕਿਸ਼ਤ 2000 ਰੁਪਏ ਵਾਲੀ ਬਣਦੀ ਹੈ ਉਹ ਤੁਹਾਨੂੰ ਮੈਂ ਪਹਿਲੇ ਦੇ ਦਾਂਗਾ ਤਾਂ ਕਿ ਕਿਸਾਨ ਨੂੰ ਥੋੜੇ ਪੈਸੇ ਉਹਨਾਂ ਦੇ ਅਕਾਊਂਟ 'ਚ ਮਿਲ ਜਾਣ। ਤੇ ਅੱਜ ਮੈਨੂੰ ਖੁਸ਼ੀ ਹੈ ਕਿ ਪੰਜਾਬ ਦੇ 18 ਲੱਖ ਤੋਂ ਵੱਧ ਕਿਸਾਨਾਂ ਨੂੰ ਇਹ 2000 ਦੀ ਕਿਸ਼ਤ ਤੁਹਾਡੇ ਖਾਤੇ ਵਿੱਚ ਪਹੁੰਚੀ ਹੈ ਕਿ ਨਹੀਂ ਪਹੁੰਚੀ ਹੈ? ਪਹੁੰਚ ਗਈ ਹੋਗੀ, ਕਿਉਂਕਿ ਤਕਰੀਬਨ 360 ਕਰੋੜ ਰੁਪਏ 365 ਕਰੋੜ ਰੁਪਏ ਅੱਜ ਸਾਡੇ ਸੂਬੇ ਦੇ 18 ਲੱਖ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚ ਗਏ, ਪੈਸੇ ਤੁਹਾਡੇ ਕੋਲ ਪਹੁੰਚ ਗਏ ਨੇ। ਦੂਜੀ ਗੱਲ, ਜਿਹੜੀ ਵੀ ਮੇਰੀ ਭੈਣਾਂ ਨੇ ਜਨ ਧਨ ਯੋਜਨਾ ਦੇ ਵਿੱਚ ਖਾਤੇ ਖੁਲਵਾਏ ਸੀ ਉਹ ਸਾਰੀਆਂ ਗਰੀਬ ਭੈਣਾਂ ਦੇ ਖਾਤੇ ਵਿੱਚ 500 ਰੁਪਏ ਜਿਹੜੇ ਅਗਲੇ 3 ਮਹੀਨੇ ਹਰ ਮਹੀਨੇ ਪਹੁੰਚਣਗੇ। ਇਸ ਮਹੀਨੇ ਦਾ 500 ਪਹੁੰਚ ਗਿਆ, ਅਗਲੇ ਮਹੀਨੇ ਦਾ ਵੀ ਪਹੁੰਚੂਗਾ, ਜੂਨ ਦੇ ਮਹੀਨੇ ਵੀ ਪਹੁੰਚੂਗਾ। ਮੈਂ ਤਾਂ ਕੱਲ ਪਰਸੋਂ ਜਦ ਮੈਂ ਨਿਕਲੀ ਸੀ ਮੰਡੀਆਂ ਵਿੱਚ ਕਿਸਾਨਾਂ ਦਾ ਹਾਲ ਦੇਖਣ ਵਾਸਤੇ, ਲੰਬੀ ਲਾਈਨਾਂ ਸੀਗੀਆਂ, ਰੁਕ ਕੇ ਮੈਂ ਭੈਣਾਂ ਨੂੰ ਪੁੱਛਿਆ ਵੀ ਤੇ ਉਹਨਾਂ ਦੇ 33 ਲੱਖ ਇਹੋ ਜਿਹੀ ਪੰਜਾਬ ਦੀ ਸਾਡੀ ਭੈਣਾਂ ਹੈਗੀਆਂ ਜਿਨ੍ਹਾਂ ਨੂੰ 165 ਕਰੋੜ ਰੁਪਏ ਤੋਂ ਵੱਧ ਉਹਨਾਂ ਦੇ ਖਾਤੇ ਵਿੱਚ 500 ਸਾਰਿਆਂ ਦੇ ਖਾਤੇ ਵਿੱਚ ਪਹੁੰਚ ਗਿਆ। ਜਿਹੜੀਆਂ ਸਾਡੀ ਗਰੀਬ ਭੈਣਾਂ ਸੀਗੀਆਂ ਜਿਨ੍ਹਾਂ ਨੂੰ ਉਜਵਲਾ ਸਕੀਮ 'ਚ ਗੈਸ ਤੇ ਸਿਲੰਡਰ ਪ੍ਰਧਾਨ ਮੰਤਰੀ ਜੀ ਨੇ ਦਿੱਤੇ ਸੀ, ਇਹੋ ਜਿਹੇ 3 ਲੱਖ ਤੋਂ ਵੱਧ ਪਰਿਵਾਰਾਂ ਨੂੰ 780 ਰੁਪਏ ਗੈਸ ਸਿਲੰਡਰ ਵਾਸਤੇ ਵੀ ਉਹਨਾਂ ਦੇ ਖਾਤੇ ਵਿੱਚ ਪਹੁੰਚ ਗਏ ਨੇ। ਇਹ ਵੀ ਲਗਾਤਾਰ ਹਰ ਮਹੀਨੇ ਅਗਲੇ 3 ਮਹੀਨਿਆਂ ਵਾਸਤੇ 780 ਰੁਪਏ ਇਸ ਮਹੀਨੇ, ਅਗਲੇ ਮਹੀਨੇ ਤੇ ਜੂਨ ਦੇ ਮਹੀਨੇ 'ਚ ਤੁਹਾਨੂੰ ਮਿਲੂਗਾ। ਇਹਦੇ ਨਾਲ ਹੀ ਮੈਨੂੰ ਆ ਵੀ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਸਾਡੇ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਦੀ 60 ਸਾਲ ਤੋਂ ਵੱਧ ਉਮਰ ਹੈ ਜਾਂ ਫਿਰ ਸਾਡੇ ਅੰਗਹੀਨ ਭੈਣ ਭਰਾ ਹੈਗੇ, ਕਈ ਸਾਡੀ ਭੈਣਾਂ ਹੁੰਦੀਆਂ ਨੇ ਜਿਹੜੀ ਵਿਧਵਾ ਹੁੰਦੇ ਨੇ, ਇਹਨਾਂ ਸਾਰਿਆਂ ਦਾ ਵੀ ਖਾਸ ਧਿਆਨ ਰੱਖਦੇ ਹੋਏ ਪ੍ਰਧਾਨ ਮੰਤਰੀ ਜੀ ਨੇ ਇਹਨਾਂ ਦੇ ਖਾਤੇ ਵਿੱਚ ਵੀ 500 ਰੁਪਏ ਪਾਤੇ ਨੇ ਤੇ ਅਗਲੇ ਮਹੀਨੇ ਵੀ 500 ਹੋਰ ਪਾਣਗੇ। ਦੂਜੀ ਚੀਜ਼ਾਂ ਦੇ ਇਲਾਵਾ ਆ ਵੀ ਸਾਡੇ ਬਜ਼ੁਰਗਾਂ ਨੂੰ ਦੇ ਰਹੇ ਨੇ। ਤੇ ਜਿੰਨੇ ਵੀ ਸਾਡੇ ਸੂਬੇ ਵਿੱਚ ਰਜਿਸਟਰਡ ਜਿਹੜੇ ਉਸਾਰੀ ਦੀ ਮਜ਼ਦੂਰੀ ਕਰਦੇ ਨੇ, ਇਹੋ ਜਿਹੇ ਆਪਣੇ 3 ਲੱਖ ਤਕਰੀਬਨ 3.25 ਲੱਖ ਇਹੋ ਜਿਹੇ ਮਜ਼ਦੂਰਾਂ ਨੂੰ ਇਹਨਾਂ ਦੇ ਅਕਾਊਂਟ 'ਚ ਵੀ ਤਕਰੀਬਨ 190 ਕਰੋੜ ਰੁਪਏ ਪ੍ਰਧਾਨ ਮੰਤਰੀ ਜੀ ਨੇ ਇਹਨਾਂ ਨੂੰ ਵੀ ਇਹਨਾਂ ਦੇ ਅਕਾਊਂਟ 'ਚ ਕਿ ਇਹਨਾਂ ਦੀ ਵੀ ਮਜ਼ਦੂਰੀ ਖਤਮ ਹੋ ਗਈ। ਅੱਜ ਕੱਲ ਕੋਈ ਕੰਸਟਰਕਸ਼ਨ ਉਸਾਰੀ ਹੋ ਨਹੀਂ ਰਹੀ, ਇਹ ਵਿਚਾਰੇ ਕਿੱਥੋਂ ਖਾਣਗੇ? ਸੋ ਇਹੋ ਜਿਹੇ 3 ਲੱਖ 3.25 ਲੱਖ ਮਜ਼ਦੂਰਾਂ ਦੇ ਅਕਾਊਂਟ ਵਿੱਚ ਵੀ ਪ੍ਰਧਾਨ ਮੰਤਰੀ ਜੀ ਨੇ ਪੈਸੇ ਪਾਏ ਨੇ। ਇਸ ਤੋਂ ਇਲਾਵਾ ਤਕਰੀਬਨ 4,500 ਸਾਡੇ ਇਹੋ ਜਿਹੇ ਨੇ ਨੌਕਰੀ ਕਰਨ ਵਾਲੇ ਜਿਨ੍ਹਾਂ ਦੇ EMPLOYMENT ਪ੍ਰੋਵੀਡੈਂਟ ਫੰਡ ਜਿਹੜਾ ਹੁੰਦਾ ਹੈਗਾ, ਉਸ ਪ੍ਰੋਵੀਡੈਂਟ ਫੰਡ ਨੂੰ ਵੀ 9 ਕਰੋੜ ਰੁਪਏ ਉਹਨਾਂ ਦੇ ਵਿੱਚ ਵੰਡ ਦਿੱਤੇ ਗਏ ਤਾਂ ਕਿ ਇਹ ਜਿਹੜੇ ਸਰਕਾਰ ਦੇ ਨਾਲ ਜਮਾ ਹੁੰਦਾ ਇਹ ਪੈਸੇ ਵੀ ਉਹਨਾਂ ਨੂੰ ਦੇ ਦਈਏ। ਇਹ ਸਾਰੀ ਚੀਜ਼ਾਂ ਨੂੰ ਜੇ ਮਿਲਾ ਕੇ ਦੇਖੇ, ਕੱਲੀ ਜਿਹੜੀ ਇਹ ਸਕੀਮਾਂ ਹੈਗੀਆਂ ਜਿਹੜੇ ਕੇਂਦਰ ਦੀ ਸਰਕਾਰ ਨੇ ਭੇਜੇ ਨੇ, ਤੇ ਤਕਰੀਬਨ ਪੰਜਾਬ ਦੇ 72 ਲੱਖ ਲੋਕਾਂ ਨੂੰ 750 ਕਰੋੜ ਰੁਪਏ ਦੀ ਸਹੂਲਤ ਪ੍ਰਧਾਨ ਮੰਤਰੀ ਜੀ ਨੇ ਡਾਇਰੈਕਟਲੀ ਤੁਹਾਡੇ ਖਾਤਿਆਂ ਵਿੱਚ ਬੈਨੀਫਿਟ ਕਰਕੇ ਤੁਹਾਨੂੰ ਇਹ ਭੇਜੀ ਹੈਗੀ ਇਸ ਔਖਿਆਈ ਦੇ ਸਮੇਂ ਵਿੱਚ। ਇਸ ਤੋਂ ਇਲਾਵਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 70,000 ਮੈਟ੍ਰਿਕ ਟਨ ਜਿਹੜਾ ਕਣਕ ਹੈਗੀ ਤੇ ਦਾਲ ਹੈਗੀ, ਇਹ ਸਾਡੀ 50% ਦੀ ਆਬਾਦੀ ਨੂੰ, ਮਤਲਬ ਹਰ ਦੂਜੇ ਬੰਦੇ ਨੂੰ, ਤੁਸੀਂ ਆਹ ਕਹਿ ਲਓ ਪੰਜਾਬ ਦੇ ਹਰ ਘਰ 'ਚ ਪ੍ਰਧਾਨ ਮੰਤਰੀ ਦਾ ਇਹ ਰਾਸ਼ਨ ਪਹੁੰਚੂਗਾ ਜੇ ਕੈਪਟਨ ਸਾਹਿਬ ਆਪਣੀ ਸਰਕਾਰ ਦੇ ਦੁਆਰਾ ਦਿੱਤੀ ਹੋਈ ਸਮਾਨ ਨੂੰ ਪਹੁੰਚਾ ਦੇ। ਲੇਕਿਨ ਅੱਜ ਦੀ ਗੱਲ ਹੈਗੀ, ਅੱਜ ਦੀ ਘੜੀ ਵਿੱਚ ਜਿਹੜਾ ਮੈਂ ਸਮਝਦੀ ਹਾਂ ਸਭ ਤੋਂ ਜ਼ਰੂਰੀ ਹੈ ਉਹ ਹੈਗੀ ਇਸ ਮਹਾਮਾਰੀ ਦੀ ਲੜਾਈ। ਕਿਉਂਕਿ ਆਪਾਂ ਸਾਰੇ ਸਮਝਦੇ ਹਾਂ ਕਿ ਮਹੀਨੇ ਪਰ ਤੋਂ ਅਸੀਂ ਘਰਾਂ 'ਚ ਬੰਦ ਰਹੇ, ਲੇਕਿਨ ਹੁਣ ਕਟਾਈ ਦਾ ਸਮੇਂ ਆ ਗਿਆ ਹੈਗਾ ਤੇ ਮੰਡੀਆਂ ਵਿੱਚ ਜਾਣ ਦਾ ਸਮੇਂ ਆ ਗਿਆ ਹੈ ਤੇ ਲੋਕਾਂ ਨੂੰ ਆਪਣੇ ਕੰਮਕਾਜਾਂ ਕਰਕੇ ਜਾਣਾ ਹੀ ਪਊਗਾ, ਘਰੋਂ ਬਾਹਰ ਨਿਕਲਣਾ ਪਊਗਾ। ਤੇ ਜਿਸ ਸਮੇਂ ਅਸੀਂ ਘਰੋਂ ਬਾਹਰ ਨਿਕਲਦੇ ਹਾਂ, ਅਸੀਂ ਇੱਕ ਤਰ੍ਹਾਂ ਤੋਂ ਇਸ ਬਿਮਾਰੀ ਦਾ ਸ਼ਿਕਾਰ ਹੋਣ ਦੇ ਸਾਡੇ ਚਾਂਸਸ ਵੱਧ ਜਾਂਦੇ ਨੇ, ਜਿਹਦੇ ਕਰਕੇ ਪਿਛਲੇ ਮਹੀਨੇ ਭਰ ਤੋਂ ਜੇ 886 ਕਰੋੜ ਵੀ ਭੇਜੇ, ਜੇ ਦੂਜੇ ਅੱਜ ਇਹ ਵੀ ਮੈਂ ਦੱਸਣਾ ਚਾਹੁੰਦੀ ਹਾਂ ਕਿ ਕੱਲੇ ਆਹੀ ਨਹੀਂ ਭੇਜੇ, ਕੈਪਟਨ ਸਾਹਿਬ ਦੀ ਸਰਕਾਰ ਨੂੰ ਕੇਂਦਰ ਦੀ ਸਰਕਾਰ ਨੇ GST ਜਿਹੜਾ ਇਹਨਾਂ ਦਾ, ਕੈਪਟਨ ਸਾਹਿਬ ਕਹਿੰਦੇ ਕਿ ਇਹ ਸਾਡੇ ਹੱਕ ਦਾ ਪੈਸਾ ਹੁੰਦਾ ਹੈ ਜਿਹੜਾ ਕੇਂਦਰ ਤੋਂ ਮਿਲਦਾ ਹੈ ਸੂਬੇ ਦੀ ਸਰਕਾਰ ਨੂੰ। ਬਿਲਕੁਲ ਹੱਕ ਕਿਸੇ ਸਰਕਾਰ ਦਾ ਨਹੀਂ ਹੁੰਦਾ, ਇਹ ਪੈਸੇ ਲੋਕਾਂ ਦੇ ਹੁੰਦੇ ਨੇ। ਸੋ ਇਸ ਲੜਾਈ ਦੇ ਖਿਲਾਫ ਲੜਨ ਵਾਸਤੇ 2 ਕਿਸ਼ਤਾਂ 'ਚ ਕੇਂਦਰ ਦੀ ਸਰਕਾਰ ਨੇ 1129 ਕਰੋੜ ਰੁਪਏ
ਤੇ ਉਹਦੇ ਬਾਅਦ 1237 ਕਰੋੜ ਰੁਪਏ, ਇਹਨਾਂ ਨੂੰ ਮਿਲਾ ਕੇ ਤਕਰੀਬਨ 2300 ਕਰੋੜ ਰੁਪਏ ਦੀ ਰਕਮ ਇਹਨਾਂ ਨੂੰ 2 ਵਾਰੀ 20 ਮਾਰਚ ਤੋਂ ਬਾਅਦ ਭੇਜ ਚੁੱਕੇ, ਤਾਂ ਕਿ ਕੋਈ ਘਾਟ ਕਮੀ ਨਾ ਰਹਿ ਜਾਏ। ਨਾ ਕਹਿਣ ਕਿ ਅਸੀਂ ਤਨਖਾਹ ਨਹੀਂ ਦੇ ਸਕੇ ਜਾਂ ਅਸੀਂ ਤਿਆਰੀ ਨਹੀਂ ਕਰ ਸਕੇ ਕਿਉਂਕਿ ਪੈਸੇ ਨਹੀਂ ਸੀਗੇ। ਇਹ ਪੈਸੇ ਵੀ ਉਹਨਾਂ ਨੂੰ ਭੇਜੇ ਤੇ ਹੋਰ ਵੀ ਇਹਨਾਂ ਨੂੰ ਚੀਜ਼ਾਂ ਦਿੱਤੀਆਂ ਕਿ ਤੁਸੀਂ ਇਸ ਬਿਮਾਰੀ ਦੇ ਇਲਾਜ ਵਾਸਤੇ ਤੁਸੀਂ ਵੱਡੀ ਲੜਾਈ ਲੜੋ, ਜਿਹਦੇ ਕਰਕੇ ਨੈਸ਼ਨਲ ਹੈਲਥ ਮਿਸ਼ਨ ਦੇ ਅੰਡਰ 100% ਜਾਂ ਕੇਂਦਰ ਤੋਂ ਪੈਸੇ ਇਹਨਾਂ ਨੂੰ ਸਿਰਫ ਇਸ ਕੋਵਿਡ ਦੀ ਲੜਾਈ ਵਾਸਤੇ ਕਿ ਤੁਸੀਂ ਵੈਂਟੀਲੇਟਰ ਲਗਾਓ, ਆਕਸੀਜਨ ਦੇ ਸਿਲੰਡਰ ਲਗਾਓ, ਹਸਪਤਾਲਾਂ 'ਚ ਆਪਣੇ ਹੈਲਥ ਵਰਕਰਸ ਦੇ ਉਹਨਾਂ ਦੀ ਪੀਪੀਈ ਕਿਟਸ ਹੋਣ, ਉਹਨਾਂ ਦੇ ਮਾਸਕ ਹੋਣ, ਦਵਾਈਆਂ ਹੋਣ, ਥਰਮਾਮੀਟਰ ਹੋ, ਜੋ ਤੁਹਾਨੂੰ ਖਰੀਦਣ ਦੀ ਲੋੜ ਹੈ, ਜੋ ਤਿਆਰੀ ਕਰਨ ਦੀ ਲੋੜ ਹੈ, ਤੁਸੀਂ ਹੁਣ ਇਸ ਮਹੀਨੇ 'ਚ ਤੁਸੀਂ ਤਿਆਰੀ ਕਰੋ, ਜਿਹਦੇ ਵਿੱਚ ਉਹਨਾਂ ਨੂੰ 25 ਮਾਰਚ ਨੂੰ ਇਹਨਾਂ ਨੇ ਪਹਿਲੇ 41 ਕਰੋੜ ਰੁਪਏ ਭੇਜੇ ਤੇ ਉਹਦੇ ਬਾਅਦ 6 ਅਪ੍ਰੈਲ ਨੂੰ ਦੁਬਾਰਾ 72 ਕਰੋੜ ਰੁਪਏ ਹੋਰ ਭੇਜੇ। 112 ਕਰੋੜ ਤੋਂ ਵੱਧ ਰੁਪਏ ਕੇਂਦਰ ਦੀ ਸਰਕਾਰ ਨੇ ਕਾਂਗਰਸ ਦੀ ਸੂਬੇ ਦੀ ਸਰਕਾਰ ਨੂੰ ਭੇਜੇ ਨੇ। ਜਿਹੜਾ ਇਹਦੇ ਇਲਾਵਾ ਕੇਂਦਰ ਨੇ ਜਿਹੜੇ ਮਾਸਕ ਹੁੰਦੇ ਨੇ, ਇਹ ਤਕਰੀਬਨ 35000 ਮਾਸਕ ਵੀ ਭੇਜੇ ਨੇ ਇਹ ਪਿਛਲੇ ਸਮੇਂ 'ਚ। ਤੇ ਜਿਹੜੀ ਉਹ ਕਿੱਟਾਂ ਜਿਹੜੇ ਸਾਡੇ ਡਾਕਟਰ ਤੇ ਨਰਸਾਂ ਦੇ, ਮੈਂ ਤਾਂ ਬਥੇਰੇ ਦੇਖੇ ਨੇ ਇੱਥੇ ਉਹ ਜਿਹੇ WhatsApp ਵੀਡੀਓਜ਼ ਜਿਹੜੇ ਆਪਣੇ ਨਰਸਾਂ ਕਹਿ ਰਹੀਆਂ ਨੇ ਕਿ ਸਾਨੂੰ ਕਿੱਟਾਂ ਦਿਓ, ਸਾਨੂੰ ਡਰ ਲੱਗਦਾ। ਉਹਨਾਂ ਦੇ ਪਰਿਵਾਰ ਵਾਲੇ ਬਿਲਕੁਲ ਜਾਇਜ਼ ਹੈ ਕਿ ਜਿਹਦੀ ਤਿਆਰੀ ਨਹੀਂ ਹੈਗੀ, ਆਪਣੇ ਆਪ ਨੂੰ ਬਚਾਉਣ ਦੇ ਕੋਈ ਸਾਧਨ ਨਹੀਂ ਹੈ, ਫਿਰ ਉਹ ਮਰੀਜ਼ਾਂ ਦੇ ਵਿੱਚ ਕਿਵੇਂ ਜਾਣਗੇ ਤੇ ਮਰੀਜ਼ ਦੀ ਦੇਖਭਾਲ ਕਿਵੇਂ ਕਰਨਗੇ, ਜਿਹਦੇ ਕਰਕੇ ਇਹ 35000 ਮਾਸਕ ਹੋ ਗਏ, 4500 ਪੀਪੀ ਦੇ ਪੂਰੇ ਕਿੱਟ ਜੋ ਪਹਿਨ ਕੇ ਮਰੀਜ਼ਾਂ ਦੇ ਕੋਲ ਜਾ ਸਕਦੇ। ਤੇ ਜਿਹੜੀ ਦਵਾਈਆਂ ਅੱਜ ਦੇਸ਼ ਭਰ 'ਚ ਜਿਹੜੇ ਫਰੰਟਲਾਈਨ ਹੈਲਥ ਵਰਕਰਸ ਨੇ ਹਾਈਡਰੋਕਲੋਰੋਕਸੀ ਕਲੋਰੋਕੁਇਨ ਦੀ, ਇਹਦੀ ਵੀ ਤਕਰੀਬਨ 11 ਲੱਖ ਗੋਲੀਆਂ ਪੰਜਾਬ ਸਰਕਾਰ ਨੂੰ ਕਈ ਦਿਨ ਪਹਿਲੇ ਸੂਬੇ ਦੀ ਸਰਕਾਰ ਭੇਜ ਚੁੱਕੀ ਹੈ। ਜੇ ਮੈਂ ਸਾਰਾ ਕੁਝ ਮਿਲਾ ਕੇ ਕਵਾਂ ਕਿ 20 ਮਾਰਚ ਤੋਂ ਲੈ ਕੇ 20 ਅਪ੍ਰੈਲ ਤਾਈਂ ਕੇਂਦਰ ਦੀ ਸਰਕਾਰ ਵੱਲੋਂ ਸਾਰਾ ਕੁਝ ਆਪਾਂ ਮਿਲਾ ਲਈਏ ਤੇ ਕਿੰਨੇ ਪੈਸੇ ਆਏ ਨੇ, ਇਹ ਜ਼ਰੂਰ ਇੱਕ ਵਾਰੀ ਤੁਹਾਡੇ ਰਾਹੀਂ ਮੈਂ ਕੈਪਟਨ ਸਾਹਿਬ ਤਾਈਂ ਤੇ ਪੰਜਾਬ ਦੀ ਜਨਤਾ ਤਾਈਂ ਪਹੁੰਚਾਉਣਾ ਚਾਹਾਂਗੀ, ਕਿਉਂਕਿ ਇਹ ਸਾਡੇ ਪੰਜਾਬ ਦੇ ਲੋਕਾਂ ਵਾਸਤੇ ਆਏ ਨੇ, ਕਿਸੇ ਦੇ ਆਪਣੇ ਨਿੱਜੀ ਖਾਤੇ ਤੋਂ, ਕਿਸੇ ਦੇ ਆਪਣੇ ਖਜ਼ਾਨੇ ਵਾਸਤੇ ਨਹੀਂ। ਇਹ ਪੰਜਾਬ ਦੇ ਲੋਕਾਂ ਦੇ ਪੈਸੇ ਪੰਜਾਬ ਦੀ ਲੋਕਾਂ ਦੀ ਤਕਲੀਫਾਂ ਨੂੰ ਘਟਾਉਣ ਵਾਸਤੇ ਆਏ ਨੇ। GST ਦੇ ਜਿਵੇਂ ਮੈਂ ਕਿਹਾ ਕਿ 1129 ਕਰੋੜ ਰੁਪਏ ਇੱਕ ਵਾਰੀ, ਦੂਜੀ ਵਾਰੀ GST ਦੇ 1237 ਕਰੋੜ ਰੁਪਏ, ਉਹਦੇ ਬਾਅਦ 247 ਕਰੋੜ ਰੁਪਏ ਜਿਹੜਾ ਮੈਂ ਸਟੇਟ ਡਿਜ਼ਾਸਟਰ ਰਿਲੀਫ ਫੰਡ ਤੁਹਾਨੂੰ ਕਿਹਾ, ਉਹਦੇ ਬਾਅਦ ਜਿਹੜਾ ਇਹ ਲਾਕਡਾਊਨ ਕਰਕੇ ਸੂਬੇ ਦੀ ਸਰਕਾਰ ਨੂੰ ਆਪਣੀ ਆਮਦਨ 'ਚ ਜਿਹੜਾ ਘਾਟਾ ਪਿਆ, ਉਹਨਾਂ ਦੀ ਆਮਦਨ ਪੂਰੀ ਨਹੀਂ ਹੋ ਪਾਈ ਹੈ, ਜਿਹਦੇ ਕਰਕੇ ਉਹ ਨੁਕਸਾਨ ਦੇ ਵੀ 638 ਕਰੋੜ ਰੁਪਏ ਕੇਂਦਰ ਦੀ ਸਰਕਾਰ ਨੇ ਇਹਨਾਂ ਨੂੰ ਕੰਪਨਸੇਸ਼ਨ ਦੇ ਤਹਿਤ 'ਚ ਉਹ ਵੀ ਪੈਸੇ ਭੇਜੇ ਨੇ। ਤੇ ਜਿਹੜਾ ਮੈਂ ਪਹਿਲੇ ਦੱਸਿਆ ਕਿ ਸਾਡੇ ਪੰਜਾਬ ਦੇ ਸਾਰੇ ਲੋਕਾਂ ਨੂੰ ਇਹ ਜਿਹੜੇ ਡਾਇਰੈਕਟ ਬੈਨੀਫਿਟ ਤੁਹਾਨੂੰ ਅੱਡ-ਅੱਡ ਸਕੀਮਾਂ ਦੇ ਤਹਿਤ ਤੁਹਾਨੂੰ ਸਹੂਲਤਾਂ ਦਿੱਤੀਆਂ ਨੇ, ਇਹਨਾਂ ਸਾਰਿਆਂ ਨੂੰ ਮਿਲਾ ਕੇ 736 ਕਰੋੜ ਰੁਪਏ ਇਹ ਵੀ ਆਏ ਨੇ। ਇਸ ਤੋਂ ਇਲਾਵਾ ਜਿਹੜਾ 112 ਕਰੋੜ ਰੁਪਏ ਨੈਸ਼ਨਲ ਹੈਲਥ ਮਿਸ਼ਨ, ਜਿਹੜਾ ਮੈਂ ਤੁਹਾਨੂੰ ਕਿਹਾ ਕਿ ਕੋਵਿਡ ਦੀ ਲੜਾਈ ਦੇ ਵਾਸਤੇ 2 ਕਿਸ਼ਤਾਂ 'ਚ ਭੇਜਿਆ ਨੇ। ਤੇ ਇੱਕ ਮੈਂ ਹੋਰ ਦੱਸਣਾ ਚਾਹਾਂਗੀ ਕਿ ਨਰੇਗਾ ਦੇ ਪੈਸੇ ਵੀ ਵਧਾਏ ਨੇ ਤੇ 72 ਕਰੋੜ ਰੁਪਏ ਨਰੇਗਾ ਦੇ ਕੰਮਕਾਜਾਂ ਵਾਸਤੇ ਵੀ ਕੇਂਦਰ ਦੀ ਸਰਕਾਰ ਨੇ ਭੇਜੇ ਨੇ। ਸੋ ਇਹ 20 ਤਰੀਕ ਤੋਂ ਲੈ ਕੇ ਹੁਣ ਤਾਈਂ ਜੇ ਆਪਾਂ ਸਾਰੀ ਚੀਜ਼ਾਂ ਦਾ ਟੋਟਲ ਕਰੀਏ ਤੇ ਤਕਰੀਬਨ 4176 ਕਰੋੜ ਰੁਪਏ 4176 ਕਰੋੜ ਰੁਪਏ ਕੇਂਦਰ ਦੇ ਖਜ਼ਾਨੇ ਤੋਂ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਪੰਜਾਬ ਦੇ ਲੋਕਾਂ ਤਾਈਂ ਪਹੁੰਚਾਉਣ ਵਾਸਤੇ ਤੇ ਉਹਨਾਂ ਦੀ ਤਕਲੀਫਾਂ ਘਟਾਉਣ ਵਾਸਤੇ ਇਹ ਰਕਮ ਆ ਚੁੱਕੀ ਹੈ। ਸੋ ਮੇਰੀ ਇਹ ਚੀਜ਼ਾਂ ਨੂੰ ਕੈਪਟਨ ਸਾਹਿਬ ਨੂੰ ਜਗ ਜ਼ਾਹਿਰ ਕਰਨ ਦਾ ਆਹੀ ਨਿਸ਼ਾਨਾ ਸੀ ਕਿ ਸਾਡੀ ਵੀ ਉਹੀ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਜਿਹੜੀ ਦੁਨੀਆ ਤੇ ਦੇਸ਼ ਭਰ ਦੀ ਸਰਕਾਰਾਂ ਦੀ ਹੈਗੀਆਂ, ਕਿ ਇਸ ਲੜਾਈ ਦੇ ਖਿਲਾਫ ਲੜਨ ਵਾਸਤੇ ਸਾਡੇ ਹਸਪਤਾਲ ਤਿਆਰ ਹੋਣ, ਉਹਨਾਂ 'ਚ ਪੂਰੀ ਇਕਵਿਪਮੈਂਟ ਹੋਣ, ਜਿਹੜੇ ਸਾਡੇ ਡਾਕਟਰਾਂ ਨਰਸਾਂ ਨੇ ਫਰੰਟ ਲਾਈਨ ਹੈਲਥ ਵਰਕਰ ਜਿਨ੍ਹਾਂ ਨੇ ਇਹ ਲੜਾਈ ਲੜਨੀ ਹੈ, ਉਹਨਾਂ ਦੇ ਵਿੱਚ ਇਹ ਕੌਨਫੀਡੈਂਸ ਹੋਏ ਕਿ ਇਹ ਬਿਮਾਰੀ ਮੇਰੇ ਤਾਈਂ ਨਹੀਂ ਪਹੁੰਚ ਸਕਦੀ ਕਿਉਂਕਿ ਮੇਰੇ ਕੋਲ ਪੂਰੀਆਂ ਕਿੱਟਾਂ ਹਨ। ਤੇ ਸੂਬੇ ਦੀ ਜਨਤਾ ਦੇ ਕੋਲ ਇਹ ਕੌਨਫੀਡੈਂਸ ਹੋਏ ਕਿ ਸਾਡੀ ਸਰਕਾਰ ਨੇ ਸਾਡੇ ਇਲਾਜ ਵਾਸਤੇ ਪੂਰੀ ਤਿਆਰੀਆਂ ਕੀਤੀਆਂ ਹੋਈਆਂ ਨੇ। ਇਹ ਨਹੀਂ ਕਿ ਅੰਦਰੋਂ ਜਿਹੋ ਜੀ ਖਬਰਾਂ ਆਉਂਦੀਆਂ ਨੇ
ਕਿ ਨਾ ਕੋਈ ਥਰਮੋਮੀਟਰ ਹੈ ਤੇ ਸਾਡੇ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ, ਕਿਉਂਕਿ ਇਹ ਵੀ ਹਕੀਕਤ ਹੈ। ਮੈਂ ਤਾਂ ਇਹ ਵੀ ਤੁਹਾਨੂੰ ਡੇਟਾ ਦਿਖਾਣਾ ਚਾਹੁੰਦੀ ਹਾਂ ਕਿ ਹਿੰਦੁਸਤਾਨ ਤੇ ਪੰਜਾਬ ਵਿੱਚ ਅੱਜ ਦੇਸ਼ ਭਰ 'ਚ ਜਿੰਨੇ ਕੇਸ ਹੈਗੇ, ਆਹ ਕਾਗਜ਼ ਹੈਗਾ ਜਿਹੜਾ ਤੁਹਾਨੂੰ ਵੀ ਨੈਟ ਤੋਂ ਮਿਲ ਜਾਊਗਾ ਕਿ ਹਿੰਦੁਸਤਾਨ ਦੀ ਐਵਰੇਜ ਜਿਹੜੀ ਮੌਤਾਂ ਹੋ ਰਹੀਆਂ ਨੇ ਉਹ ਅੱਜ ਦੀ ਤਰੀਕ 'ਚ 3.1 ਹੈਗੀਆਂ ਤੇ ਸਾਡੇ ਪੰਜਾਬ ਸੂਬਾ ਜਿਹਦੇ ਵਿੱਚ ਲੋਕਡਾਊਨ ਚੱਲ ਰਿਹਾ ਹੈ, ਪੰਜਾਬ ਸੂਬੇ ਵਿੱਚ ਜਿਹੜੀ ਮੌਤਾਂ ਹੋਈਆਂ ਨੇ ਉਹਦਾ ਜੇ ਤੁਸੀਂ ਐਵਰੇਜ ਕੱਢੋ, ਇਹ ਨੈਸ਼ਨਲ ਐਵਰੇਜ ਤੋਂ ਦੁੱਗਣੇ ਤੋਂ ਵੀ ਜ਼ਿਆਦਾ ਹੈ, ਉਹ 7.3 ਹੈਗੀ। ਇਹਦਾ ਮਤਲਬ ਲੋਕਡਾਊਨ ਕਰਨ ਦੇ ਬਾਵਜੂਦ ਵੀ ਅਸੀਂ ਆਪਣੇ ਲੋਕਾਂ ਦੀ ਇਸ ਬਿਮਾਰੀ ਦੇ ਨਾਲ ਮੌਤਾਂ ਨੂੰ ਜਦ ਨਹੀਂ ਰੋਕ ਸਕੇ ਤੇ ਹੁਣ ਜਦ ਕਟਾਈ ਕਰਕੇ ਮੰਡੀਕਰਨ ਕਰਕੇ ਜਦ ਲੋਕਾਂ ਨੂੰ ਬਾਹਰ ਨਿਕਲਣਾ ਪਊਗਾ ਤੇ ਇਹ ਐਵਰੇਜ ਕਿੱਥੇ ਤਾਈਂ ਪਹੁੰਚ ਸਕਦੀ ਹੈ। ਕੈਪਟਨ ਸਾਹਿਬ, ਇਸ ਐਵਰੇਜ ਨੂੰ ਘਟਾ ਕੇ ਹਰੇਕ ਇਨਸਾਨ ਦੀ ਜਾਨ ਨੂੰ ਬੜਾ ਕੀਮਤੀ ਸਮਝ ਕੇ, ਜਿਹਦੇ ਕਰਕੇ ਮੈਂ ਇਹ ਗੱਲਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆ ਰਹੀ ਹਾਂ ਕਿ ਸਾਡੀ ਤਿਆਰੀ ਠੀਕ ਨਹੀਂ ਹੈ, ਸਾਨੂੰ ਹੋਰ ਤਿਆਰੀ ਕਰਨ ਦੀ ਲੋੜ ਹੈ ਤੇ ਪੈਸਿਆਂ ਦੀ ਕੋਈ ਘਾਟ ਕਮੀ। ਤੁਸੀਂ ਆਪ ਕਿਹਾ ਹੈ ਕਿ ਪੈਸੇ ਆਏ ਨੇ, ਪੈਸੇ ਤੁਹਾਡੇ ਕੋਲ ਹੈ, ਤੁਹਾਡੇ ਵਿੱਤ ਮੰਤਰੀ ਵੀ ਕਹਿ ਰਹੇ ਨੇ, ਮੈਂ ਸਬੂਤ ਵੀ ਪੇਸ਼ ਕਰ ਰਹੀ ਹਾਂ। ਆਪਾਂ ਤਿਆਰੀ ਕਰੀਏ ਤੇ ਜੇ ਕੋਈ ਘਾਟ ਹੋਊਗੀ ਮੈਂ ਤੁਹਾਨੂੰ ਵਿਸ਼ਵਾਸ ਦਿਲਾ ਸਕਦੀ ਹਾਂ ਕਿ ਕੇਂਦਰ ਤੋਂ ਜਿੰਨੀ ਲੜਾਈ ਲੜਨੀ ਪਊਗੀ ਆਪਣੇ ਪੰਜਾਬ ਦੇ ਲੋਕਾਂ ਵਾਸਤੇ, ਮੈਂ ਤੁਹਾਡੇ ਨਾਲ ਖੜੀ ਹਾਂ ਉਹ ਲੜਾਈ ਲੜਨ ਵਾਸਤੇ। ਇਹਨਾਂ ਸਾਰਿਆਂ ਤੋਂ ਇਲਾਵਾ ਕੱਲ ਹੀ ਫਾਈਨੈਂਸ ਮਿਨਿਸਟਰੀ ਵੱਲੋਂ 823 ਕਰੋੜ ਰੁਪਏ ਹੋਰ ਕੇਂਦਰ ਵੱਲੋਂ ਪੰਜਾਬ ਵਾਸਤੇ ਰਿਲੀਜ਼ ਕੀਤੇ ਗਏ ਨੇ।